ਮੁੱਦਾ USA ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦਾ ਵਿਸ਼ਾ ਸਾਡਾ ਜੁੜਿਆ ਹੈ ਖੇਤੀਬਾੜੀ ਦੇ ਕਿੱਤੇ ਨਾਲ ਤੇ ਗੱਲ ਕਰਾਂਗੇ ਬਦਾਮਾਂ ਦੀ ਖੇਤੀ ਬਾਰੇ। ਸਾਡੇ ਨਾਲ ਮੌਜੂਦ ਨੇ ਕੇਵਲ ਸਿੰਘ ਬਾਸੀ ਜੋ ਖੇਤੀਬਾੜੀ ਐਕਸਪਰਟ ਨੇ ਤੇ ਨਾਲ ਹੀ ਵੱਡੇ ਪੱਧਰ ਤੇ ਬਦਾਮਾਂ ਦੀ ਖੇਤੀ ਵੀ ਕਰਦੇ ਆ। ਇਹਨਾਂ ਨਾਲ ਗੱਲਬਾਤ ਕਰਾਂਗੇ ਬਦਾਮਾਂ ਦੀ ਖੇਤੀ ਬਾਰੇ। ਕੇਵਲ ਜੀ PTC ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸੰਜੀਵ, ਸਤਿ ਸ਼੍ਰੀ ਅਕਾਲ, ਕੀ ਹਾਲ? ਅੱਛਾ, ਸਭ ਤੋਂ ਵੱਡੀ ਗੱਲ ਹੈ ਕਿ ਕੈਲੀਫੋਰਨੀਆ ਆਲਮੰਡ ਦੀ ਜਦੋਂ ਗੱਲ ਆਉਂਦੀ ਆ ਦੁਨੀਆ ਦੇ ਕਿਸੇ ਵੀ ਕੋਨੇ 'ਚ ਆਪਾਂ ਬੈਠੇ ਹੋਈਏ, ਹਾਂਜੀ, ਕੈਲੀਫੋਰਨੀਆ ਆਲਮੰਡ ਹੀ ਕਿਹਾ ਜਾਂਦਾ ਵਾ। ਇਟ ਮੀਨਸ ਵੀ ਕੈਲੀਫੋਰਨੀਆ ਦੇ ਵਿੱਚ ਬਦਾਮਾਂ ਦੀ ਖੇਤੀ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਹਾਂਜੀ, ਕੀ ਕਾਰਨ ਹੈ ਇਹਦਾ? ਦੇਖੋ ਜੀ, ਬਦਾਮਾਂ ਦੀ ਖੇਤੀ ਹੋਰ ਵੀ ਦੇਸ਼ਾਂ ਵਿੱਚ ਕੀਤੀ ਜਾਂਦੀ ਆ। ਉਹਦੇ ਵਿੱਚ ਮੇਰਾ ਖਿਆਲ ਹੈ ਅਫਗਾਨਿਸਤਾਨ ਦੇ ਜਾਂ ਈਰਾਨ ਦੇ ਬਦਾਮ ਹਾਲੇ ਵੀ ਜਦੋਂ ਉਹਦੀ ਵੈਲਿਊ ਦੀ ਗੱਲ ਕਰੀਏ ਤਾਂ ਜ਼ਿਆਦਾ ਹੁੰਦੀ ਆ, ਪਰ ਓਵਰਆਲ ਜਿਹੜੀ ਪ੍ਰੋਡਕਸ਼ਨ ਹੈਗੀ ਆ ਉਹਨਾਂ ਦੀ ਬੜੀ ਲਿਮਿਟ ਹੁੰਦੀ ਆ। ਜਦੋਂ ਕੈਲੀਫੋਰਨੀਆ ਦੀ ਬਦਾਮਾਂ ਦੀ ਗੱਲ ਹੁੰਦੀ ਆ ਤੇ ਪ੍ਰੋਡਕਸ਼ਨ ਦੇ ਹੱਕ 'ਚ ਵੀ ਤੇ ਟੇਸਟ ਦੇ ਹੱਕ ਵਿੱਚ ਵੀ ਤੇ ਵੈਰਾਈਟੀਆਂ ਦੇ ਬਹੁਤ ਸਾਰੀਆਂ ਗੱਲਾਂ ਹੋਣਗੀਆਂ। ਜੇ ਮੈਂ ਤਾਂ ਕੈਲੀਫੋਰਨੀਆ ਦਾ ਦੱਸ ਸਕਦਾ ਵੀ ਦੂਸਰੇ ਦੇਸ਼ਾਂ ਵਿੱਚ ਕਿਸ ਤਰ੍ਹਾਂ ਦੀ ਹੁੰਦੀ ਆ ਨਹੀਂ ਪਤਾ। ਇਹਦੇ ਵਾਸਤੇ ਵੈਦਰ ਦਾ ਹੋਣਾ ਬਹੁਤ ਜ਼ਰੂਰੀ ਆ, ਸਰਟਨ ਟਾਈਪ ਦਾ ਵੈਦਰ ਹੋਣਾ ਚਾਹੀਦਾ। ਤੇ ਬਾਕੀ ਮੇਰੇ ਖਿਆਲ ਆ ਵੀ ਜ਼ਿਮੀਦਾਰ ਦੀ ਵੀ ਉਹ ਵੀ ਉਹਦੀ ਟੇਕਰ ਕਿੱਦਾਂ ਕਰਦਾ ਹੈਗਾ। ਜੇ ਉਹ ਕਲੀਨ ਹੈਗੇ ਆ ਤਾਂ ਉਹਦੀ ਬਾਕੀ ਪ੍ਰਸ਼ੰਸਾ ਹੀ ਹੋਊਗੀ। ਅੱਛਾ, ਦੂਸਰਾ ਇਹ ਹੈ ਕਿ ਲਾਹੇਮੰਦ ਗਿਣਿਆ ਜਾ ਰਿਹਾ ਹੈ ਇਸ ਵੇਲੇ ਬਦਾਮ ਕੈਲੀਫੋਰਨੀਆ ਦੇ ਵਿੱਚ, ਔਰ ਲਗਾਤਾਰ ਰਕਬਾ ਵੱਧ ਰਿਹਾ। ਇਸ ਵੇਲੇ ਰਕਬਾ ਕਿੰਨਾ ਹੈ ਇਹਦਾ ਔਰ ਪਿਛਲੇ ਕਈ ਸਾਲਾਂ ਤੋਂ ਜਿਹੜਾ ਵੱਧ ਰਿਹਾ ਹੈ? ਹਾਂਜੀ, ਇਹ ਹਰ ਸਾਲ ਐਡ ਹੁੰਦਾ ਹੈਗਾ। ਇਸ ਸਾਲ ਜਿਹੜਾ ਪ੍ਰੋਡਕਸ਼ਨ ਦਾ ਰਕਬਾ ਹੈਗਾ 1.3 ਮਿਲੀਅਨ ਏਕੜ ਕਿਹਾ ਜਾਂਦਾ, ਵੀ ਜਿਹਨੂੰ ਆਪਾਂ 13 ਕੁ ਲੱਖ ਏਕੜ ਦੇ ਗਿਣਦੇ ਹੈਗੇ ਆ। ਅਤੇ ਕੁਛ ਇੱਕ ਰਕਬਾ ਜਿਹੜਾ ਹੁੰਦਾ ਆ ਉਹ ਨਵੇਂ ਬੂਟੇ ਵੀ ਜੋ ਇਹ ਹੁੰਦੇ ਆ ਉਹ ਹਾਲੇ ਪ੍ਰੋਡਕਸ਼ਨ 'ਚ ਨਹੀਂ ਆਏ ਹੈਗੇ। ਉਹ ਐਡੀਸ਼ਨਲ ਆ, ਉਹਦੇ ਨਾਲ ਲੱਖ ਤੋਂ 2 ਲੱਖ ਏਕੜ ਉਹ ਵੀ ਹਜੇ ਹੋਊਗਾ, ਉਹਦਾ ਮੈਨੂੰ ਨਹੀਂ ਯਾਦ। ਅੱਛਾ, ਅਤੇ ਦੂਜਾ ਇਹ ਹੈ ਜੀ, ਜਿੱਦਾਂ ਕਿ ਆਪਾਂ ਕਹਿੰਦੇ ਆ ਬਦਾਮਾਂ 'ਚ ਕਮਾਈ ਆ ਤਾਂ ਹੀ ਕਿਸਾਨ ਜਿਹੜਾ ਵਾ ਜ਼ਿਮੀਦਾਰ ਜਿਹੜਾ ਵਾ ਬਦਾਮਾਂ ਵੱਲ ਨੂੰ ਆ ਰਿਹਾ ਦੂਜੀ ਫਸਲ ਨੂੰ ਲੈ ਕੇ। ਕੀ ਪ੍ਰੋਡਕਸ਼ਨ ਕੋਸਟ ਹੈਗੀ ਹੈ ਇਹਦੀ? ਕਿੰਨਾ ਕੁ ਖਰਚਾ ਪਰ ਏਕੜ ਆਉਂਦਾ ਵਾ ਇਹ 'ਤੇ? ਦੇਖੋ ਜੀ, ਖਰਚਾ ਤਾਂ ਤਕਰੀਬਨ ਸਾਰੀ ਖੇਤੀਬਾੜੀ ਦਾ ਥੋੜ੍ਹਾ ਹੀ ਫਰਕ ਪੈਂਦਾ, ਥੋੜ੍ਹੇ ਪਰਸੈਂਟ ਦਾ, ਚਾਹੇ ਉਹ ਗਰੇਪਾਂ ਦੀ ਹੋ ਜਾਵੇ, ਚਾਹੇ ਉਹ ਬਦਾਮਾਂ ਦੀ ਹੋ ਜਾਵੇ, ਚਾਹੇ ਉਹ ਪਿਸਤੇ ਦੀ ਹੋਵੇ, ਚਾਹੇ ਉਹ ਵਾਲਨਟਸ ਦੀ ਹੋਵੇ। ਤਕਰੀਬਨ ਥੋੜ੍ਹੇ ਪਰਸੈਂਟ ਦੇ ਡਿਫਰੈਂਸ ਨਾਲ ਉੱਥੇ ਕੀ ਹੁੰਦਾ। ਪਰ ਗੱਲ ਇੱਥੇ ਮੁੱਕਦੀ ਆ ਵੀ ਉਹਦੀ ਪ੍ਰੋਡਕਸ਼ਨ ਕਿੰਨੀ ਆ ਅਤੇ ਉਹਦਾ ਰੇਟ ਕੀ ਆ, ਫਸਲ ਦਾ ਭਾਅ ਕੀ ਲੱਗਦਾ ਹੈਗਾ। ਜੇ ਹੁਣ ਪ੍ਰੋਡਕਸ਼ਨ ਹੈਗੀ ਆ, ਭਾਅ ਨਹੀਂ ਲੱਗਦਾ ਅਤੇ ਫਿਰ ਤੁਸੀਂ ਕੁਛ ਨਹੀਂ ਕਰ ਸਕਦੇ। ਅੱਜ ਕੱਲ੍ਹ ਜਿਹੜਾ ਚੱਲਦਾ ਹੈਗਾ ਆ ਐਵਰੇਜ ਬਦਾਮਾਂ ਦਾ ਜਿਹੜਾ ਰੇਟ ਆ ਪਿਛਲੇ ਸਾਲ 250 ਤੋਂ ਉੱਪਰ ਆਇਆ ਸੀ ਪਾਊਂਡ ਦਾ। ਐਵਰੇਜ ਦਾ ਮਤਲਬ ਵੀ ਕੁਛ ਵਰਾਇਟੀਆਂ $3 ਨੂੰ ਵੀ ਵਿਕੀਆਂ ਹੈਗੀਆਂ, ਕੁਛ 225 ਨੂੰ ਵੀ ਵਿਕੀਆਂ ਹੋਣਗੀਆਂ, ਅਤੇ ਐਵਰੇਜ ਜਿਹੜਾ 250 ਤੋਂ ਉੱਪਰ ਹੈਗਾ ਸੀ। ਮੈਨੂੰ ਐਗਜ਼ੈਕਟ ਨੰਬਰ ਨਹੀਂ ਕੈਲਕੂਲੇਟ ਕੀਤਾ। ਅਤੇ ਜਿਹੜਾ 18 ਈਅਰ ਦਾ ਕਰਾਪ ਆ ਉਹਦੀ ਜਿਹੜੀ ਐਵਰੇਜ ਪ੍ਰਾਈਸ ਦੀ ਐਸਟੀਮੇਟ ਲਾ ਰਹੇ ਆ ਉਹ 250 ਤੋਂ 275 ਦੇ ਦੁਆਲੇ ਆਸ ਰੱਖਦੇ ਆ ਕਿ ਨਾਨ ਅਪ੍ਰੈਲ ਵਗੈਰਾ ਜਿਹੜੇ ਆ ਉਹ $3 ਦੇ ਕਰੀਬ ਵਿਕਣਗੇ ਅਤੇ ਦੂਸਰੇ 240 250 ਨੂੰ ਵਿਕਣਗੇ। ਅਤੇ ਖਰਚਾ ਕਿੰਨਾ ਕੁ ਜੀ ਜੇ ਆਪਾਂ ਗੱਲ ਕਰੀਏ ਖਰਚੇ ਦੀ? ਖਰਚਾ ਜੇ ਨੰਬਰਾਂ 'ਚ ਗੱਲ ਕਰੀਏ ਅਮਾਊਂਟ ਵਿੱਚ, ਅਤੇ ਉਹ 2000 ਤੋਂ $2500 ਏਕੜ ਦਾ ਕਾਸਟ ਹੈਗੀ ਆ। 2000 ਤੋਂ 2500 ਦੇ ਵਿੱਚ ਐਵਰੇਜ ਆ ਜਾਂਦੀ ਹੈ। ਹਾਂਜੀ, ਅਤੇ ਉਹਦੇ ਵਿੱਚ ਇਹ ਗੱਲ ਆ ਵੀ ਜੇ ਤੁਸੀਂ ਬਾਹਰੋਂ ਹਾਰਵੈਸਟ ਕਰਾਉਂਦੇ ਆ ਥੋੜ੍ਹੇ ਜ਼ਿਆਦਾ ਹੋ ਜਾਂਦੀ ਆ, ਜੇ ਤੁਸੀਂ ਆਪਣੀ ਹਾਰਵੈਸਟ ਆਪ ਕਰਦੇ ਆ ਥੋੜ੍ਹੇ ਜਿਹੇ ਘੱਟ ਜਾਂਦੇ ਆ। ਬਾਕੀ ਕਰਾਪ ਜ਼ਿਆਦਾ ਆ, ਥੋੜ੍ਹੇ ਫਰਟੀਲਾਈਜ਼ਰ ਵਧਾਉਣੇ ਹੁੰਦੇ ਆ, ਕਰਾਪ ਥੋੜ੍ਹਾ ਆ ਅਤੇ ਫਿਰ ਥੋੜ੍ਹੇ ਘਟਾ ਦਈਦੇ ਆ, ਯਾਨੀ ਥੋੜ੍ਹੇ ਬਹੁਤੇ ਐਡਜਸਟ ਹੁੰਦੇ ਰਹਿੰਦੇ ਆ ਫਸਲ ਨੂੰ ਦੇਖ ਕੇ। ਅੱਛਾ, ਮਤਲਬ ਆਪਾਂ ਇਹ ਹਿਸਾਬ ਲਾਈਏ ਵੀ 2500 ਤੋਂ 3000 ਦੇ ਵਿੱਚ ਜੇ ਕ੍ਰੌਪ ਠੀਕ ਆ ਜਾਵੇ ਅਤੇ ਪਰ ਏਕੜ ਖਰਚਾ ਕੱਢ ਕੇ ਬਚ ਸਕਦਾ ਕਿਸਾਨ ਨੂੰ? ਹਾਂਜੀ, 3000 ਪਲੱਸ ਬਚ ਸਕਦਾ ਜਿਹੜੀ ਸੋਹਣੀ ਖੇਤੀ ਕਰਦੇ ਆ। ਹੁਣ ਆਪਾਂ ਐਵਰੇਜ ਦੀ ਗੱਲ ਕਰੀਏ ਬਦਾਮਾਂ ਦੀ, ਐਤਕੀ ਦੀ ਐਵਰੇਜ ਜਿਹੜੀ ਹੈਗੀ ਆ ਉਹ 2300 ਪਾਉਂਡ ਗਿਣੀ ਗਈ ਆ ਪਰ ਏਕੜ ਦੀ। ਅਤੇ ਫਾਰਮਰਸ 3500 ਪਾਉਂਡ ਵੀ ਕੱਢਦੇ ਆ ਅਤੇ ਫਾਰਮਰ 1500 ਪਾਉਂਡ ਵੀ ਕੱਢਦੇ ਆ। ਅਤੇ ਫਿਰ ਉਸ ਹਿਸਾਬ ਦੇ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਪ੍ਰੋਫਿਟ ਕਿਹਦਾ ਆ ਕਿੱਦਾਂ ਆ, ਉਹ ਸਾਰਾ ਵੈਰੀ ਕਰਦਾ ਆ, ਮਤਲਬ ਡਿਪੈਂਡ ਕਰਦਾ ਵੀ ਕਿੱਦਾਂ ਦੀ ਖੇਤੀ ਤੁਸੀਂ ਕਰਦੇ ਆ, ਕਿੱਦਾਂ ਦਾ ਵੈਦਰ ਨੇ ਤੁਹਾਡੇ ਨਾਲ ਕੋਆਪਰੇਟ ਕੀਤੀ ਆ, ਕਿੱਦਾਂ ਦੀ ਵਰਾਇਟੀ ਆ, ਬਹੁਤ ਕੁਛ ਇਹਦੇ 'ਚ ਰੋਲ ਪਲੇ ਕਰਦਾ ਹੈਗਾ। ਇਕੱਲਾ
ਫਾਰਮਰ ਹੀ ਨਹੀਂ ਹੈਗਾ, ਇਹਦੇ ਵਿੱਚ ਨੇਚਰ ਦਾ ਬਹੁਤ ਵੱਡਾ ਰੋਲ ਹੈਗਾ। ਬਿਲਕੁਲ। ਅੱਛਾ, ਕਿੰਨੇ ਤਰ੍ਹਾਂ ਦੀ ਖੇਤੀ ਹੈ ਬਦਾਮਾਂ ਦੀ ਕਿਸਮਾਂ ਨੇ ਜਿਹੜੀਆਂ ਮੇਨ ਕਿਸਮ ਕਿਹੜੀ ਹੈ ਜਿਹੜੀ ਬਹੁਤ ਜ਼ਿਆਦਾ ਚੱਲਦੀ ਹੋਵੇ? ਵੈਰਾਈਟੀਆਂ ਤਾਂ ਬਹੁਤ ਹੈਗੀਆਂ ਮੇਰੇ ਖਿਆਲ, ਜਿਹੜੀਆਂ ਆਪਣੇ ਇੱਥੇ ਲੋਕਲ ਇਸ ਏਰੀਏ ਦੇ ਵਿੱਚ ਵਰਤਦੇ ਆ, ਆਪਾਂ ਯੂਜ਼ ਕਰਦੇ ਆ, ਉਹ ਛੇਕ ਨੇ। ਨਾਨਪ੍ਰੈਲ ਜਿਹੜੀ ਆ ਉਹ ਪ੍ਰੋਡਕਸ਼ਨ ਨੂੰ ਥੋੜ੍ਹੀ ਜਿਹੀ ਘੱਟ ਹੁੰਦੀ ਆ, ਅਤੇ ਉਹ ਜ਼ਿਆਦਾ ਪ੍ਰਾਈਸ ਉਹਦੀ ਹਮੇਸ਼ਾ ਜ਼ਿਆਦਾ ਹੁੰਦੀ ਆ। ਫਿਰ ਨਾਨਪ੍ਰੈਲ ਹੋ ਗਈ, ਫਿਰ ਮਾਨਰੇ ਹੋ ਗਏ, ਇਹ ਪੋਲੀਨੇਟਰ ਹੁੰਦਾ ਜਿਹੜਾ ਇਹਨੂੰ ਪੋਲੀਨਾਈਟ ਕਰਨ ਲਈ ਵਰਤਿਆ ਜਾਂਦਾ। ਜਿੱਥੇ ਆਪਾਂ ਖੜ੍ਹੇ ਹਾਂ ਇਸ ਦੇ ਵਿੱਚ ਆਪਾਂ ਖੜ੍ਹੇ ਹਾਂ ਨਾਨਪ੍ਰੈਲ ਦੇ ਬੂਟੇ ਦੇ ਥੱਲੇ, ਤੇ ਪਰ ਸਾਹਮਣੇ ਵਾਲੇ ਬੂਟੇ ਜਿਹੜੇ ਉਹ ਆਲਡਰੇਜ ਦੇ ਆ, ਉਹ ਪੋਲੀਨੇਟਰ। ਅਤੇ ਫਿਰ ਇੰਡੀਪੈਂਡੈਂਟ ਹੈਗੀ, ਫਿਰ ਸ਼ਾਸਤਾ ਇੰਡੀਪੈਂਡੈਂਟ ਹੈਗੀ ਆ, ਫਿਰ ਬਿਊਟ ਪਾਦਰੇ ਹੈਗੀ ਆ, ਫਿਰ ਵੁੱਡ ਕਾਲੋਨੀ ਹੈਗੀ ਆ, ਅਤੇ 6-7-8 ਵੈਰਾਈਟੀਆਂ ਜਿਹੜੀਆਂ ਚੱਲਣ ਦੇ ਵਿੱਚ ਹੈਗੀਆਂ ਇੱਥੇ ਜ਼ਿਆਦਾ ਜਿਹੜੀਆਂ ਪਾਪੂਲਰ ਹੈਗੀਆਂ। ਵੈਰਾਈਟੀਆਂ ਹੋਰ ਵੀ ਹੈਗੀਆਂ, ਲੋਕਾਂ ਨੇ ਟਰਾਇਲ ਲਈ ਵੀ ਬੀਜੇ ਹੁੰਦੇ ਆ, ਜਾਂ ਕਈ ਵਾਰੀ ਹੁੰਦਾ ਆ ਵੀ ਤੁਸੀਂ ਉਹਨੂੰ ਅਵੇਲੇਬਲ ਨਹੀਂ, ਦੂਸਰੀ ਵੈਰਾਈਟੀ ਦੇ ਬੂਟੇ ਸੀ ਉਸ ਟਾਈਮ 'ਤੇ। ਜਿਸ ਤਰ੍ਹਾਂ ਆਪਣੇ ਆਲਡਰੇਜ ਦੇ ਜਿਹੜੇ ਆ ਇਸ ਖੇਤ ਵਿੱਚ ਬੀਜੇ ਆ, ਉਸ ਟਾਈਮ 'ਤੇ ਮਾਨਰੇ ਅਵੇਲੇਬਲ ਨਹੀਂ ਸੀ। ਮੈਂ ਪ੍ਰੈਫਰਡ ਕਰਦਾ ਵੀ ਮਾਨਰੇ ਹੋਣੇ ਚਾਹੀਦੇ ਆ ਇਹਦੇ ਨਾਲ ਨਾਨਪ੍ਰੈਲ ਦੇ, ਅਤੇ ਪਰ ਉਹ ਅਵੇਲੇਬਲ ਨਾ ਸੀ, ਫਿਰ ਆਲਡਰੇਜ ਬੀਜੇ ਸੀ। ਹੁਣ ਇਹ ਦੱਸੋ, ਜਿਹੜੇ ਲੋਕ ਇੱਛਾ ਰੱਖਦੇ ਨੇ ਇਸ ਕਿੱਤੇ 'ਚ ਆਉਣ ਦੀ ਔਰ ਬਦਾਮਾਂ ਦੀ ਖੇਤੀ ਕਰਨ ਦੀ, ਹਾਂਜੀ, ਉਹ ਕਿਹੜੇ ਮਹੀਨੇ ਤੋਂ ਸ਼ੁਰੂਆਤ ਕਰਨ? ਦੇਖੋ ਜੀ, ਜਦੋਂ ਆਪਾਂ ਗੱਲ ਕਰਦੇ ਨਵੀਂ ਇੱਧਰ ਆਉਣ ਦੀ, ਪਹਿਲੀ ਤਾਂ ਗੱਲ ਹੈਗੀ ਆ ਕਿ ਜਦੋਂ ਵੀ ਆਪਾਂ ਪਲਾਂਟੇਸ਼ਨ ਕਰਨੀ ਆ, ਪਹਿਲਾਂ ਜ਼ਮੀਨ ਨੂੰ ਪ੍ਰੈਪ ਕਰਨਾ ਪੈਂਦਾ, ਉਹਨੂੰ ਮਤਲਬ ਤਿਆਰ ਕਰਨਾ ਪੈਂਦਾ। ਬਿਲਕੁਲ। ਜੇ ਹੁਣ ਤੁਸੀਂ ਗ੍ਰੇਪਾਂ ਦੀ ਖੇਤੀ ਨੂੰ ਕਨਵਰਟ ਕਰਨਾ ਬਦਾਮਾਂ ਵਿੱਚ, ਫਿਰ ਤਾਂ ਬੈਸਟ ਟਾਈਮ ਤਾਂ ਇਹ ਹੈਗਾ ਵੀ ਜਦੋਂ ਤੁਹਾਡੇ ਗ੍ਰੇਪ ਹਾਰਵੈਸਟ ਹੋ ਜਾਂਦੇ ਆ ਜੁਲਾਈ, ਅਗਸਤ, ਸਤੰਬਰ ਦੇ ਵਿੱਚ। ਬਿਲਕੁਲ। ਅਤੇ ਡਿਪੈਂਡ ਕਰਦਾ ਵੀ ਤੁਸੀਂ ਕਿਹੜੀ ਵੈਰਾਈਟੀ ਹੈਗੀ ਆ, ਅਕਤੂਬਰ, ਨਵੰਬਰ ਤੱਕ ਵੀ ਚੱਲ ਜਾਂਦੇ ਆ। ਵੀ ਉਹਨਾਂ ਨੂੰ ਰਿਮੂਵ ਕਰਕੇ ਅਤੇ ਜ਼ਮੀਨ ਨੂੰ ਤੁਸੀਂ ਰਿਪ ਕਰਕੇ ਤਿਆਰ ਕਰਕੇ, ਮਤਲਬ ਪਲਾਂਟਿੰਗ ਵਾਸਤੇ ਤਿਆਰ ਕਰ ਲਈ ਹੈਗੀ ਆ ਮੀਂਹਾਂ ਤੋਂ ਪਹਿਲਾਂ। ਕਿਉਂਕਿ ਜਦੋਂ ਮੀਂਹ ਪੈਂਦੇ ਹੈਗੇ ਆਪਣੇ ਇੱਥੇ ਸਿਆਲਾਂ 'ਚ ਮੀਂਹ ਪੈਂਦੇ ਆ, ਤਾਂ ਫਿਰ ਕਈ ਵਾਰੀ ਰੁਕ ਜਾਂਦਾ ਸਾਰਾ ਕੰਮ। ਅਤੇ ਇੱਕ ਹੋਰ ਵੱਡੀ ਬਹੁਤ ਗੱਲ ਹੁੰਦੀ ਆ ਕਿ ਜਿੰਨੇ ਤੁਸੀਂ ਏਕੜ ਪਲਾਂਟ ਕਰਨੇ ਆ, ਉਹਦੇ ਲਈ ਤੁਸੀਂ ਨਰਸਰੀ ਵੀ ਬੁੱਕ ਕਰਾਉਣੀ ਹੁੰਦੀ ਹੈ, ਇਹਦੇ ਬੂਟੇ ਵੀ ਜਿਹੜੇ ਆ ਨਰਸਰੀ ਵਾਲਿਆਂ ਨਾਲ ਬੁੱਕ ਕਰਾਉਣੇ ਹੁੰਦੇ ਆ। ਅਤੇ ਜੇ ਤੁਸੀਂ ਬੁੱਕ ਕਰਾਏ ਹੋਏ ਆ ਬੂਟੇ, ਖੇਤ ਤੁਹਾਡਾ ਰੈਡੀ ਆ, ਬੈਸਟ ਟਾਈਮ ਤਾਂ ਪਲਾਂਟਿੰਗ ਦੀ ਜੀ ਜਿਹੜੀ ਇਹਦੀ ਆ ਜਨਵਰੀ ਦੀ ਆ। ਜਨਵਰੀ ਦੇ ਵਿੱਚ ਸਾਰਾ ਕੁਝ ਡੋਰਮੈਂਟ ਵਿੱਚ ਹੁੰਦਾ ਆ, ਮੌਸਮ ਵੀ ਠੰਡਾ ਹੁੰਦਾ, ਅਤੇ ਜਦੋਂ ਸਪਰਿੰਗ ਸ਼ੁਰੂ ਹੋਣੀ ਆ ਤਾਂ ਫਿਰ ਬੂਟੇ ਬੜੇ ਹੈਲਥੀ ਸ਼ੁਰੂ ਹੁੰਦੇ ਹੈਗੇ ਆ। ਅਤੇ ਦੂਸਰਾ, ਪਲਾਂਟੇਸ਼ਨ ਤੋਂ ਬਾਅਦ ਮੀਂਹ ਪੈ ਜਾਂਦਾ ਆ, ਜਿਹੜੀ ਜੜ੍ਹਾਂ ਦੇ ਨਾਲ ਕੈਵਿਟੀਜ਼ ਆਪਾਂ ਉਹਨੂੰ ਕਹਿ ਦਿੰਦੇ ਆ, ਜਿਹੜੀ ਖਾਲੀ ਥਾਂ ਹੁੰਦੀ ਜਿਹ 'ਚ ਹਵਾ ਹੁੰਦੀ ਆ, ਉਹ ਮੀਂਹਾਂ ਦੇ ਪਾਣੀਆਂ ਨਾਲ ਪੈਕ ਹੋ ਜਾਂਦੀ ਆ, ਅਤੇ ਬੂਟੇ ਦੀ ਗਰੋਥ ਜਿਹੜੀ ਆ ਉਹ ਬੈਸਟ ਹੁੰਦੀ ਆ। ਇਸ ਤਰ੍ਹਾਂ ਬੂਟੇ ਬਰੀਜ ਤਾਂ ਮਈ, ਜੂਨ ਤੱਕ ਵੀ ਹੋ ਜਾਂਦੇ ਆ। ਫਿਰ ਜਿਹੜੇ ਇਹ ਹੈਗੇ ਬੇਰ ਰੂਟ, ਜਿਹੜੇ ਬੂਟੇ ਕੱਲੀਆਂ ਜੜ੍ਹਾਂ ਹੀ ਆ, ਮਤਲਬ ਜੜ੍ਹਾਂ 'ਤੇ ਸੋਟੀ ਆ, ਜਿਹੜੇ ਆਪਾਂ ਜਨਵਰੀ 'ਚ, ਜਿਹੜੇ ਆਪਾਂ ਜਨਵਰੀ 'ਚ, ਫਰਵਰੀ 'ਚ ਬੀਜਦੇ ਹੈਗੇ ਆ ਡੋਰਮੈਂਟ ਵਿੱਚ, ਇਹਨਾਂ ਨੂੰ ਬੇਰ ਰੂਟ ਕਹਿੰਦੇ ਹੈਗੇ ਆ। ਬੇਰ ਰੂਟ ਮਤਲਬ ਇਹ ਜ਼ਮੀਨ ਵਿੱਚੋਂ ਜੜ੍ਹਾਂ ਖਿੱਚੀਆਂ ਹੋਈਆਂ ਆ, ਅਤੇ ਇਹਨਾਂ ਦੇ ਵਿੱਚ ਗਮਲਿਆਂ 'ਚ ਨਹੀਂ ਹੈਗੇ। ਅੱਛਾ ਜੀ। ਅਤੇ ਫਿਰ ਜਦੋਂ ਗਰਮੀ ਹੋਣੀ ਸ਼ੁਰੂ ਹੋ ਜਾਂਦੀ ਆ, ਤਾਂ ਫਿਰ ਆਪਾਂ ਉਹਨਾਂ ਨੂੰ ਪਾਟਡ ਟਰੀ ਕਹਿੰਦੇ, ਛੋਟੇ ਛੋਟੇ ਕੱਪਾਂ ਜਿਹਾਂ ਵਿੱਚ ਹੁੰਦੇ ਆ ਬੂਟੇ, ਗਮਲਿਆਂ 'ਚ ਕਹਿ ਦਿੰਦੇ ਆਪਾਂ ਪੰਜਾਬੀ। ਫਿਰ ਆਪਾਂ ਉਹ ਬੀਜਦੇ ਹੈਗੇ ਆ। ਠੀਕ ਹੈ। ਉਹ ਮਈ ਦੇ ਐਂਡ ਤੱਕ, ਜੂਨ ਤੱਕ ਵੀ ਬੀਜ ਹੋ ਜਾਂਦੇ ਆ। ਪਰ ਉਹਦਾ ਇਹ ਆ ਵੀ ਤੁਹਾਡਾ ਕੰਮ ਮੁੱਕ ਜਾਂਦਾ, ਪਰ ਬੂਟੇ ਦੀ ਜਿਹੜੀ ਗਰੋਥ ਆ ਉਹ ਤਕਰੀਬਨ ਆਉਣ ਵਾਲੇ ਸੀਜ਼ਨ ਵਾਲੇ ਵਰਗੀ ਹੋਣੀ ਆ, ਜਿਹੜੀ ਤੁਸੀਂ ਜਨਵਰੀ 'ਚ ਕੀਤੀ ਸੀਗੀ। 1 ਸਾਲ ਤਕਰੀਬਨ ਪਿੱਛੇ ਹੀ ਪੈ ਜਾਂਦੀ ਆ। ਜਿਹੜੇ ਰਿਕਮੈਂਡੇਸ਼ਨ ਕਰਦੇ ਆ ਤਾਂ ਪਲਾਂਟੇਸ਼ਨ ਜਿਹੜੀ ਆ ਬੇਰ ਰੂਟ ਦੀ ਫਰਵਰੀ ਤੱਕ, ਮੀਂਹਾਂ ਪੈਂਦਿਆਂ ਤੱਕ ਹੋ ਜਾਵੇ ਤਾਂ ਉਹ ਬੈਸਟ ਆ। ਅੱਛਾ, ਇਹਦੇ 'ਚ ਇਹ ਵੀ ਕਹਿੰਦੇ ਆ ਵੀ ਜਿਹੜੀ ਰੂਟ ਹੋਰ ਹੁੰਦੀ ਆ, ਪਲਾਂਟ ਬਦਾਮ ਦਾ ਹੁੰਦਾ ਵਾ? ਹਾਂਜੀ, ਇਹ ਰੂਟ ਜਿਹੜੀ ਆਪਾਂ ਜ਼ਿਆਦਾ ਪਾਪੂਲਰ ਹੈਗੀ ਆ, ਉਹਨੂੰ ਆਪਾਂ ਕਹਿੰਦੇ ਆ ਨਿਮਾਗਾਰਡ ਜਿਹੜੀਆਂ ਰੂਟਸ ਹੈਗੀਆਂ, ਇਹ ਨਿਮਾਟੋਜ਼ਿਕ ਬਿਮਾਰੀ ਆ, ਉਸ ਵਰਕੇ ਇਹ ਨਿਮਾਗਾਰਡ ਯੂਜ਼ ਕਰਦੇ ਆ, ਜੜ੍ਹਾਂ ਦੀ ਬਿਮਾਰੀ ਆ। ਅਤੇ ਇਹ ਪੀਚ ਦੀਆਂ ਹੁੰਦੀਆਂ ਬੂਟੇ, ਇਹ ਜਿਹੜੇ ਆੜੂ ਆ। ਆਪਾਂ ਮਤਲਬ ਜਿਹੜਾ ਬੀਜਣਾ ਉਹ ਆੜੂ ਦਾ ਬੂਟਾ ਬੀਜਣਾ, ਆੜੂ ਦੀਆਂ, ਹਾਂਜੀ, ਆੜੂ ਦੀਆਂ ਗਿਟਕਾਂ ਬੀਜਣੀਆਂ ਹੈਗੀਆਂ। ਨਰਸਰੀ ਵਾਲੇ ਜਿਹੜੇ ਉਹ ਬੀਜਦੇ ਹੈਗੇ ਆ।
ਤੇ ਜਦੋਂ ਉਹ ਆੜੂ ਦੇ ਬੂਟੇ ਜਿਹੜੇ ਆ 15 ਇੰਚ ਤੋਂ 20 ਇੰਚ ਦੇ ਹੋ ਜਾਂਦੇ ਆ, ਫਿਰ ਉਹਨਾਂ ਨੂੰ ਬਡ ਗ੍ਰਾਫਟਿੰਗ ਕਹਿੰਦੇ ਹੈਗੇ ਆ। ਉਹ ਫਿਰ ਜਿਹੜੀ ਆ ਬਦਾਮ ਵਾਲੀ ਅੱਖ ਉਹ ਪੀਚ ਵਾਲੇ ਬੂਟੇ ਤੇ ਲਾ ਦਿੱਤੀ ਜਾਂਦੀ ਆ। ਮਤਲਬ ਫਿਰ ਬਦਾਮ ਦਾ ਬੂਟਾ ਫਿਰ ਲਿਆ ਕੇ ਉੱਤੇ ਗ੍ਰਾਫਟ ਕੀਤਾ ਜਾਂਦਾ? ਹਾਂਜੀ, ਉਹ ਵੀ ਤਰੀਕਾ ਹੈਗਾ, ਬੂਟਾ ਵੀ ਗ੍ਰਾਫਟ ਕਰਨਾ ਬਦਾਮ ਵਾਲਾ ਲਿਆ ਕੇ ਜਿਹੜੀ ਉਹ ਸੋਟੀ ਲਾ ਕੇ ਕਰਦੇ। ਤੇ ਦੂਸਰਾ ਹੈਗਾ ਬਡ ਗ੍ਰਾਫਟਿੰਗ ਦਾ। ਜਿਹੜਾ ਬਡ ਗ੍ਰਾਫਟਿੰਗ ਆ ਉਹ ਸਿਰਫ ਉਹਦੀ ਅੱਖ ਹੀ ਬਦਾਮ ਵਾਲੀ ਲਾਈ ਜਾਂਦੀ ਉਹਦੀ ਦੂਸਰੀ ਅੱਖ ਨੂੰ ਲਾ ਕੇ, ਜਿਹੜੇ ਵੱਡ ਹੁੰਦਾ ਸੋਟੀ ਦੇ ਉੱਤੇ ਤੁਸੀਂ ਦੇਖਿਆ ਨਾ ਅੱਖਾਂ ਜਿਹੀਆਂ ਆਉਂਦੀਆਂ, ਹਾਂ ਉਹ ਉਨਾ ਹੀ ਹਿੱਸਾ ਲਾਇਆ ਜਾਂਦਾ। ਸਿਰਫ ਉਹ ਚੀਜ਼ ਲਾ ਕੇ ਉਹ ਉੱਪਰ ਬਦਾਮ ਦੀ ਬਡ ਲਗਾ ਦੇਣਾ। ਹਾਂਜੀ, ਤੇ ਉਹਨੂੰ ਟੇਪ ਕਰ ਦੇਣਾ, ਤਾਂ ਫਿਰ ਉਹਦੇ ਵਿੱਚੋਂ ਜਿਹੜਾ ਬੂਟਾ ਫੁੱਟਣਾ ਹੈਗਾ ਉਹ ਬਦਾਮ ਦਾ ਬਣ ਜਾਂਦਾ। ਤੇ ਪੀਚ ਦੀ ਆਪਾਂ ਜੜ ਕਿਉਂ ਲਾਉਂਦੇ ਆ? ਉਹ ਜੀ ਜਿੱਦਾਂ ਪਹਿਲਾਂ ਤੁਹਾਨੂੰ ਦੱਸਿਆ ਕਿ ਜਿਹੜੇ ਨਿਮਾਟੋਸ ਹੈਗੀ ਆ, ਨਿਮਾਟੋਸ ਇੱਕ ਡਿਜ਼ੀਜ਼ ਹੈਗੀ ਆ ਜੜ੍ਹਾਂ ਦੀ, ਜਿਹੜੀ ਜੜ ਨੂੰ ਅੱਗੇ ਵਧਣ ਤੋਂ ਉਹਦਾ ਜਿਹੜਾ ਸੌਫਟ ਹਿੱਸਾ ਹੁੰਦਾ ਜੜ੍ਹ ਦਾ ਉਹਨੂੰ ਖਾਂਦੀ ਆ। ਉਹ ਜਦੋਂ ਖਾਈ ਜਾਂਦੀ ਆ ਤੇ ਉਹ ਫਿਰ ਜੜ੍ਹ ਵੱਧਦੀ ਨਹੀਂ ਹੈਗੀ ਤੇ ਉਹ ਜੜ੍ਹਾਂ ਨੂੰ ਗੁੱਛੇ ਜਿਹਾ ਬਣਾ ਦਿੰਦੀ ਆ। 3-4 ਤਰ੍ਹਾਂ ਦੀ ਨਿਮਾਟੋਸ ਵੀ ਹੁੰਦੇ ਆ, ਪਰ ਜ਼ਿਆਦਾ ਕਿਸੇ ਤਰ੍ਹਾਂ ਵੀ ਉਹਨੂੰ ਐਕਸਪਲੇਨ ਕਰ ਲਈਏ, ਉਹਦਾ ਲੁੱਕ ਡਿਫਰੈਂਟ ਆ, ਦੇਖਣ ਨੂੰ ਅਲੱਗ ਲੱਗਦੀਆਂ, ਨੁਕਸਾਨ ਉਹ ਇਹੀ ਕਰਦੀ ਆ ਕਿ ਬੂਟਿਆਂ ਦੀਆਂ ਜੜ੍ਹਾਂ ਜਿਹੜੀਆਂ ਵਧਣ ਤੋਂ ਰੋਕ ਦਿੰਦੀ ਆ। ਬਦਾਮਾਂ ਦੀ ਖੇਤੀ ਤੇ ਚਰਚਾ ਸਾਡੀ ਇਸੇ ਤਰ੍ਹਾਂ ਜਾਰੀ ਰਹੇਗੀ। ਮੁੜ ਤੁਹਾਡੇ ਕੋਲ ਹਾਜ਼ਰ ਹੁੰਦੇ ਆ, ਕਿਤੇ ਜਾਈਓ ਨਾ ਜੀ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਬਦਾਮਾਂ ਦੀ ਖੇਤੀ ਬਾਰੇ ਚਰਚਾ ਹੋ ਰਹੀ ਸੀ। ਕੇਵਲ ਜੀ, ਆਪਾਂ ਗੱਲ ਕਰ ਲਈ ਆ ਵੀ ਕਦੋਂ ਬਦਾਮ ਦੀ ਖੇਤੀ ਸ਼ੁਰੂ ਕਰਨੀ ਚਾਹੀਦੀ ਆ, ਕਿਹੜੇ ਮਹੀਨੇ ਤੋਂ ਇਹਦੀ ਪਲਾਂਟੇਸ਼ਨ ਹੋਣੀ ਚਾਹੀਦੀ ਆ, ਕਿੰਨੀ ਉਮਰ ਆ। ਹਾਂਜੀ, ਹੁਣ ਗੱਲ ਕਰਦੇ ਆ ਵੀ ਕਹਿੰਦੇ ਆ ਪੁੱਤਾਂ ਵਾਂਗੂ ਪਾਲਣੀ ਪੈਂਦੀ ਫਸਲ ਕੋਈ ਵੀ ਹੋਵੇ। ਹਾਂਜੀ, ਜ਼ਿਮੀਦਾਰ ਪੁੱਤਾਂ ਵਾਂਗੂ ਪਾਲਦਾ। ਹਾਂਜੀ, ਬਿਮਾਰੀਆਂ ਵੀ ਬਹੁਤ ਪੈਂਦੀਆਂ ਹੋਣੀਆਂ। ਇਸ ਵਾਰ ਤਾਂ ਫਰੀਜ਼ ਦੀ ਪਤਾ ਲੱਗਾ ਵਾ, ਫਰੀਜ਼ ਨੇ ਕਾਫੀ ਬਦਾਮ ਦੀ ਫਸਲ ਤੇ ਅਸਰ ਪਾਇਆ ਵਾ। ਹਾਂਜੀ, ਦੇਖੋ ਜੀ, ਜਿਹੜੀ ਵੀ ਖੇਤੀ ਜ਼ਿਮੀਦਾਰ ਕੋਈ ਵੀ ਕਰਦਾ ਹੈਗਾ, ਉਹ ਅੱਧੀ ਕੁ ਉਹਦੀ ਐਫਰਟ ਜਿਹੜੀ ਆਪਣੀ ਆ, ਅਤੇ ਅੱਧੀ ਤੋਂ ਜ਼ਿਆਦਾ ਵੀ ਉਹ ਜ਼ਿਆਦਾ ਡਿਪੈਂਡ ਕਰਦੀ ਆ ਕੁਦਰਤ 'ਤੇ। ਅਤੇ ਜਿਹੜੇ ਕੁਦਰਤ ਦਾ ਟਾਈਮਿੰਗ ਹੈਗੀ ਆ, ਕੁਦਰਤ ਦੇ ਕੀ ਮਨਜ਼ੂਰ ਆ, ਉਹਨੂੰ ਜ਼ਿਮੀਦਾਰ ਆਲਟਰ ਕਰਨ ਦੀ ਕੋਸ਼ਿਸ਼ ਤਾਂ ਬਹੁਤ ਕਰ ਰਹੇ ਆ, ਬਾਕੀ ਵੀ ਸਾਇੰਸਦਾਨ ਕਰ ਰਹੇ ਆ। ਕਿਸੇ ਹੱਦ ਤੱਕ ਉਹ ਸਕਸੈਸ ਵੀ ਹੋਏ ਆ, ਕਾਮਯਾਬ ਵੀ ਹੋਏ ਆ, ਪਰ ਇਹ ਨਹੀਂ ਕਹਿ ਸਕਦੇ ਕਿ ਅਸੀਂ ਇਹਦੇ 'ਤੇ ਜਿੱਤ ਪਾ ਲਈ ਆ। ਇਹ ਨਹੀਂ ਕੋਈ ਵੀ ਕਲੇਮ ਕਰਦਾ ਹੈਗਾ। ਜਿਸ ਤਰ੍ਹਾਂ ਤੁਸੀਂ ਫਰਾਸਟ ਦੀ ਗੱਲ ਕੀਤੀ ਆ, 2016 ਦੇ ਵਿੱਚ ਐਸੇ ਖੇਤ ਦੇ ਵਿੱਚ ਆਪਾਂ ਜਿੱਥੇ ਖੜ੍ਹੇ ਹਾਂ, ਇਹਦੇ ਵਿੱਚ ਗੜੇ ਪਏ ਸੀ, ਅਤੇ ਮੇਰਾ ਜਿਹੜਾ ਉੱਪਰਲਾ ਬੂਟੇ ਦਾ ਅੱਧ ਸੀਗਾ ਉਹ ਬਿਲਕੁਲ ਕਲੀਨ ਸੀਗਾ, ਬਿਲਕੁਲ ਨਹੀਂ ਕੁਛ ਵੀ ਰਿਹਾ ਸੀ, ਸਭ ਕੁਛ ਜ਼ਮੀਨ 'ਤੇ ਡਿੱਗ ਗਿਆ ਸੀ, ਅਤੇ ਥੱਲੇ ਵੀ ਬਹੁਤ ਪ੍ਰੋਡਕਸ਼ਨ ਘਟ ਗਈ ਸੀ। 2015 ਦੇ ਵਿੱਚ ਇਹਦੇ ਵਿੱਚ ਇਸੇ ਖੇਤ ਦੇ ਵਿੱਚ ਜਿੰਨੇ ਦਿਨ ਫੁੱਲ ਖੜਨੇ ਸੀਗੇ ਉਨੇ ਦਿਨ ਮੀਂਹ ਨਹੀਂ ਸੀ ਬੰਦ ਹੋਇਆ, ਜਿੰਨੇ ਦਿਨ ਪੋਲੀਨੇਸ਼ਨ ਹੋਣੀ ਸੀ ਉਹ ਪੋਲੀਨੇਸ਼ਨ ਨਹੀਂ ਸੀ ਹੋਈ, ਅਤੇ ਕ੍ਰਾਪ ਤਕਰੀਬਨ 25% ਰਿਹਾ ਸੀ। ਅਤੇ 15 ਦੇ ਵਿੱਚ ਵੀ ਇੰਸ਼ੋਰੈਂਸ ਦਾ ਕਲੇਮ ਬਣਿਆ, 16 'ਚ ਵੀ ਇੰਸ਼ੋਰੈਂਸ ਦਾ ਕਲੇਮ ਬਣਿਆ, 17 ਦੇ ਵਿੱਚ ਵੈਦਰ ਨੇ ਕੋਆਪਰੇਟ ਕੀਤਾ, ਅਤੇ ਇਸੇ ਖੇਤਾਂ ਦੇ ਵਿੱਚੋਂ ਐਵਰੇਜ ਨਾਲੋਂ ਡਬਲ ਫਸਲ ਹੋਈ ਸੀਗੀ। ਤੋ ਇਹਦੀ ਜੇ ਆਪਾਂ ਗੱਲ ਕਰੀਏ ਵੀ ਬਿਮਾਰੀਆਂ ਦੇ ਵੱਲ ਆਪਾਂ ਵੱਧ ਜਾਂਦੇ, ਪਹਿਲਾਂ ਇਹਦੇ 'ਚ ਹੈਗਾ ਵੀ ਕੁਦਰਤ ਨੇ ਤੁਹਾਡੇ ਨਾਲ ਮਤਲਬ ਕਿੰਨਾ ਕੁ ਸਾਥ ਦਿੱਤਾ ਹੈਗਾ, ਜਾਂ ਤੁਹਾਡੀ ਟਾਈਮਿੰਗ ਵਿੱਚ ਕਿੱਦਾਂ ਫਿੱਟ ਆਇਆ ਹੈਗਾ, ਉਹ ਬਹੁਤ ਫਰਕ ਹੈ। ਇਸ ਵਾਰ ਫਰੀਜ਼ ਕਿੱਥੇ ਮਾਰੀ ਫਰੀਜ਼ ਨੇ ਜ਼ਿਆਦਾ, ਔਰ ਕਿਹੜੇ ਇੱਕ ਅਗੇਤੀ ਫਸਲ, ਪਛੇਤੀ ਫਸਲ ਇੱਦਾਂ ਵੀ ਦੱਸਦੇ ਜ਼ਿਮੀਦਾਰ? ਹਾਂਜੀ, ਜਿੱਦਾਂ ਹੁਣ ਨਾਨ ਅਪ੍ਰੈਲ ਜਿਹੜੀ ਹੈਗੀ ਆ, ਇਹ ਅਗੇਤੀ ਹੈਗੀ ਆ। ਅਗੇਤੀ ਮਤਲਬ ਬਈ ਅਰਲੀ ਬਲੂਮ ਹੈਗੀ ਆ। ਅਤੇ ਉੱਧਰ ਸਾਊਥ ਜਿਹੜੀ ਅਰਲੀ ਬਲੂਮ ਹੈਗੀ, ਆਪਣੇ ਤੋਂ ਸਾਊਥ ਵੱਲ ਨੂੰ ਜਾਈਏ, ਬੇਕਰਸਫੀਲਡ ਵੱਲ ਨੂੰ ਜਾਈਏ, ਕਿਉਂਕਿ ਵੈਦਰ ਪਹਿਲਾਂ ਗਰਮ ਹੋ ਜਾਂਦਾ, ਅਤੇ ਭਾਵੇਂ 2-2 4-4 ਦਿਨ ਦਾ ਫਰਕ ਪਵੇ, ਪ੍ਰੋਡਕਸ਼ਨ 'ਤੇ ਫਰਕ ਪੈ ਜਾਂਦਾ ਉਹਦਾ। ਅਤੇ ਹੋਇਆ ਕਿ ਜਿਹੜੀ ਪਹਿਲਾਂ ਬਲੂਮ ਫੁੱਲ ਖਿੜੇ ਹੋਏ ਸੀਗੇ ਆਲਰੇਡੀ, ਪੋਲੀਨੇਟ ਵੀ ਹੋ ਗਿਆ ਸੀ, ਮੱਖੀਆਂ ਨੇ ਕੰਮ ਕੀਤਾ, ਅਤੇ ਉਹ ਇੱਕਦਮ ਫਰੀਜ਼ ਪੈ ਗਈ। ਉਹ ਜਿਹੜੇ ਫਰੀਜ਼ ਦੇ ਨਾਲ ਜਿਹੜੇ ਫੁੱਲ ਸੀਗੇ ਉਹ ਸਾਰੇ ਡੈਮੇਜ ਹੋ ਗਏ, ਅਤੇ ਉਸ ਵੈਰਾਈਟੀਆਂ ਦੀ, ਉਸ ਇਲਾਕੇ ਦੀ ਫਰੋਸਟ ਨੇ ਜ਼ਿਆਦਾ ਡੈਮੇਜ ਕੀਤਾ। ਉਸ ਤੋਂ ਬਾਅਦ ਕੁਝ ਵੈਰਾਈਟੀਆਂ ਉਹ ਲੇਟ ਵੈਰਾਈਟੀਜ਼ ਹੈਗੀਆਂ, ਜਿੱਦਾਂ 10 ਦਿਨ ਬਾਅਦ ਵਿੱਚ ਫੁੱਲ ਖਿੜਦੇ ਆ, ਉਹਦੇ ਵਿੱਚ ਮਾਨਰੇ ਆ ਜਾਂਦਾ ਆ, ਆਲਡਰੇਜ ਦੇ 4-5 ਦਿਨ ਦਾ ਫਰਕ ਆ ਜਿਹੜੇ ਆਪਣੇ ਸਾਹਮਣੇ ਬੂਟੇ ਆ। ਅਤੇ ਇਹ ਵੈਰਾਈਟੀ 'ਤੇ ਵੀ ਡਿਪੈਂਡ ਹੋਇਆ, ਲੋਕੇਸ਼ਨ 'ਤੇ ਵੀ ਡਿਪੈਂਡ ਕੀਤਾ ਕਿ 2-3 ਦਿਨ ਜਿਹੜਾ ਫਰਾਸਟ ਦਾ ਡੈਮੇਜ ਹੋਇਆ ਹੈਗਾ, ਉਹਦੇ ਨਾਲ
ਕਿਹਨੂੰ ਜ਼ਿਆਦਾ ਹੋਇਆ, ਉਹ ਇਹਦੇ 'ਤੇ ਡਿਪੈਂਡ ਕਰਦਾ ਕਿ ਉਹ ਕਿਹੜੀ ਵੈਰਾਈਟੀ ਸੀ ਤੇ ਕਿੱਧਰਲੇ ਪਾਸੇ ਨੂੰ ਸੀ। ਫਿਰ ਜੇ ਆਪਾਂ ਗੱਲ ਕਰੀਏ ਵੀ ਇਕੱਲਾ ਸਾਊਥ 'ਚ ਹੀ ਹੋਇਆ, ਨਹੀਂ, ਫੁੱਲ ਨਾਰਥ ਵਿੱਚ ਵੀ ਖਿੜ ਚੁੱਕੇ ਸੀਗੇ ਨਾਨ ਅਪ੍ਰੈਲ ਦੇ, ਕਿਉਂਕਿ 1-2 ਦਿਨ ਦਾ ਹੀ ਫਰਕ ਹੁੰਦਾ ਆ। ਅਤੇ ਉੱਧਰ ਫਰਾਸਟ ਜ਼ਿਆਦਾ ਪਈ, ਉੱਧਰ ਇਦੋਂ ਵੀ ਜ਼ਿਆਦਾ ਡੈਮੇਜ ਹੋ ਗਿਆ। ਇਸ ਕਰਕੇ ਐਤਕੀ ਜਿਹੜੀ ਅਰਲੀ ਵੈਰਾਈਟੀ ਆ ਉਹਦਾ ਜਿਹੜਾ ਝਾੜ ਥੋੜ੍ਹਾ ਆ, ਅਤੇ ਜਿਹੜੀ ਸੈਕਿੰਡ ਥੋੜ੍ਹੀ ਜਿਹੀ ਪੋਲੀਨੇਟਰ ਹੈਗੀ ਆ ਉਹ ਅਬਵ ਐਵਰੇਜ ਹੋਣਾ ਆ। ਤਾਂ ਕਰਕੇ ਜਦੋਂ ਇਹਦਾ ਐਸਟੀਮੇਟ ਕਰਾਪ ਦਾ ਲਾਇਆ ਗਿਆ ਉਹ 2300 ਪਾਊਂਡ ਹੀ ਲਾਇਆ ਗਿਆ ਹੈਗਾ। ਤਾਂ 2300 ਜਿਹੜਾ ਪਾਊਂਡ ਪਰ ਏਕੜ ਦਾ ਲਾਇਆ ਗਿਆ। ਹਾਂਜੀ, ਇੱਕ ਵੈਰਾਈਟੀਆਂ ਕਿੰਨਾ ਨੁਕਸਾਨ ਜਿਹੜਾ ਕਿੰਨੇ % ਦਾ ਆਪਾਂ ਗਿਣ ਸਕਦੇ ਹਾਂ, ਮਿਨੀਮਮ ਤੇ ਮੈਕਸਿਮਮ ਆਪਾਂ ਉਹਨੂੰ ਕਿਸ ਰੇਸ਼ੋ 'ਚ ਰੱਖ ਸਕਦੇ ਹਾਂ? ਦੇਖੋ, ਜੇ ਆਪਾਂ ਮਿਨੀਮਮ ਦੀ ਗੱਲ ਕਰੀਏ ਤੇ ਫਿਰ ਆਪਾਂ ਗੱਲ ਕਰਦੇ ਹਾਂ ਵੀ ਚਲੋ ਐਵਰੇਜ ਜਿਹੜੀ ਆ 2300 ਆ, ਪਰ ਮੇਰੀ ਇਸ ਸਾਲ ਐਕਸਪੈਕਟੇਸ਼ਨ 3000 ਸੀ ਤੇ ਮੈਨੂੰ 2700 ਪਾਊਂਡ ਵੀ ਨਿਕਲੇ ਤਾਂ ਮੇਰਾ ਮਿਨੀਮਮ ਡੈਮੇਜ ਆ। ਤੁਹਾਡੀ ਆਪਣੀ 10% ਹੋ ਗਈ ਜਾਂ ਆਪਣੀ ਐਕਸਪੈਕਟੇਸ਼ਨ ਮਿਨੀਮਮ ਆ ਗਿਆ। ਹਾਂਜੀ, ਤੇ ਮੈਕਸਿਮਮ ਕਿੱਥੇ ਚਲੇ ਜਾਂਦਾ ਫਿਰ? ਮੈਕਸਿਮਮ ਤਾਂ ਦੇਖੋ ਜੀ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਕਈ ਵਾਰੀ ਕਲੀਨ ਵੀ ਹੋ ਜਾਂਦੇ ਆ, ਹਾਰਵੈਸਟ ਕਰਨੇ ਵੀ ਵਰਥ ਨਹੀਂ ਕਰਦੇ ਹੈਗੇ ਜੇ ਵੈਦਰ ਨਾ ਸਾਥ ਦੇਵੇ। ਤਾਂ ਬਹੁਤ ਸਾਲ ਇੱਦਾਂ ਦੇ ਵੀ ਦੇਖੇ ਹੈਗੇ ਪਾਸਟ ਦੇ ਵਿੱਚ ਕਿ ਲੋਕਾਂ ਨੇ ਹਾਰਵੈਸਟ ਨਹੀਂ ਕੀਤੇ ਕਿਉਂਕਿ ਮਸ਼ੀਨ ਦਾ ਖਰਚਾ ਜ਼ਿਆਦਾ ਆ ਰਿਹਾ ਸੀਗਾ ਉਹਨੂੰ ਝਾੜਨ ਨਾਲੋਂ। ਫਿਰ ਉਹਨਾਂ ਨੇ ਸਿਆਲਾਂ ਨੂੰ ਉਹਨੂੰ ਮੰਮੀ ਸ਼ੇਕਿੰਗ ਕਹਿੰਦੇ ਆ, ਉਹ ਕੀਤੀ ਹੈਗੀ। ਫਿਰ ਉਹਦੀ ਪ੍ਰਾਈਸ ਹੈ ਨਹੀਂ ਸੀ ਉਹਨਾਂ ਦਿਨਾਂ ਦੀ ਗੱਲ ਕਰਾਂ ਜੇ 2001-2000 ਦੇ ਦੁਆਲੇ ਦੀ। ਅਤੇ ਪਰ ਹੁਣ ਪ੍ਰਾਈਸ ਸੋਹਣੀ ਕਰਕੇ ਜੇ ਤੁਹਾਡੀ 1500 ਤੋਂ 2000 ਪਾਊਂਡ ਵੀ ਨਿਕਲਦੇ ਆ ਤਾਂ ਤੁਸੀਂ ਫਿਰ ਵੀ ਪ੍ਰੋਫਿਟ ਵਿੱਚ ਜਾਂਦੇ ਆ। ਮਤਲਬ 30% ਹੋ ਗਿਆ ਫਿਰ। 10 ਤੋਂ 30% ਦੇ ਵਿੱਚ ਆਪਾਂ ਐਵਰੇਜ ਗਿਣ ਸਕਦੇ ਹਾਂ। ਹਾਂਜੀ, ਪਰ ਇਹ ਨਹੀਂ ਕਹਿ ਸਕਦੇ ਵੀ ਆਹ ਜਿਹੜਾ ਆ ਮੈਕਸੀਮਮ ਡੈਮੇਜ ਹੋਊਗਾ। ਡੈਮੇਜ ਕਿੰਨਾ ਵੀ ਹੋ ਸਕਦਾ। ਹਾਂਜੀ, ਔਰ ਇਹਨੂੰ ਫਰੀਜ਼ ਤੋਂ ਕੀ ਆਪਾਂ ਪੂਰੀ ਤਰ੍ਹਾਂ ਤਾਂ ਆਪਾਂ ਇਹ ਨਹੀਂ ਕਹਿ ਸਕਦੇ, ਕੁਦਰਤ ਨੂੰ ਪੂਰੀ ਤਰ੍ਹਾਂ ਨਹੀਂ ਆਪਾਂ ਦਬਾ ਸਕਦੇ, ਲੇਕਿਨ ਇਹ ਤੋਂ ਮਿਨੀਮਾਈਜ਼ ਇਹਨੂੰ ਕਿੱਦਾਂ ਕੀਤਾ ਜਾ ਸਕਦਾ ਫਰੀਜ਼ ਨੂੰ, ਔਰ ਕੀਤਾ ਵੀ ਹੋਣਾ ਲੋਕਾਂ ਨੇ? ਹਾਂਜੀ, ਜੇ ਤੋਂ ਜ਼ਿਮੀਦਾਰ ਦੀ ਗੱਲ ਕਰਦੇ ਹਾਂ ਇੱਥੇ ਦੇ ਕੈਲੀਫੋਰਨੀਆ ਦੀ, ਤੇ ਮੇਰੇ ਖਿਆਲ ਕੋਈ ਵੀ ਜ਼ਿਮੀਦਾਰ ਐਸਾ ਨਹੀਂ ਹੈਗਾ ਜਿਹੜਾ ਹਰ ਰੋਜ਼ ਵੈਦਰ ਦੀ ਆਪਣੇ ਦੇਖਦਾ, ਚਾਹੇ ਉਹ ਨਿਊਜ਼ ਵਿੱਚ, ਚਾਹੇ ਉਹ ਆਪਣੇ ਫੋਨ 'ਤੇ, ਚਾਹੇ ਉਹ ਆਨਲਾਈਨ ਹਾਂਜੀ ਕਿਤੇ ਵੀ। ਅਤੇ ਉਹ ਰੋਜ਼ ਵੈਦਰ ਨੂੰ ਦੇਖਦਾ ਕੁਛ ਵੀ ਕਰਨ ਤੋਂ ਪਹਿਲਾਂ ਵੀ ਕੀ ਹੋਣਾ, ਜੇ ਹਵਾ ਚੱਲਣੀ ਹੈ ਜਾਂ ਕੁਛ ਵੀ। ਜਦੋਂ ਫਰਾਸਟ ਦਾ ਪਤਾ ਲੱਗਿਆ ਅਤੇ ਆਪਾਂ ਵੀ ਸਾਰੇ ਪੰਪ ਔਨ ਕੀਤੇ ਹੋਏ ਸੀਗੇ, ਸਾਰੇ ਪੰਪ ਚੱਲਦੇ ਸੀ। ਪਾਣੀ ਜਿਹੜਾ ਆ 1-2 ਡਿਗਰੀ ਜਿਹੜਾ ਆ ਉਹ ਰੈਜ਼ਿਸਟ ਕਰ ਜਾਂਦਾ ਆ, ਮਤਲਬ ਇਨਕਰੀਜ਼ ਕਰ ਦਿੰਦਾ ਹੈਗਾ, ਕਿਉਂਕਿ ਪਾਣੀ ਦਾ ਟੈਂਪਰੇਚਰ ਹਾਇਰ ਹੁੰਦਾ ਆ ਅਤੇ ਉਦੋਂ ਪਾਣੀ ਚਲਾ ਦਿੰਦੇ ਹੈਗੇ ਆ। ਜੇ ਪਾਣੀ ਫਲੱਡ ਦਾ ਲੱਗ ਜਾਵੇ ਉਹ ਬੈਟਰ ਹੁੰਦਾ, ਪਰ ਆਪਣੇ ਕੋਲ ਚੋਇਸ ਨਹੀਂ ਹੈਗੀ ਸੀ ਕਿ ਆਪਣੇ ਕੋਲ ਇੰਨਾ ਪਾਣੀ ਹੁੰਦਾ। ਆਪਾਂ ਸਾਰੇ ਕਿਧਰੋਂ ਪਾਣੀ ਥੱਲੋਂ ਗਰਮਾਹਟ ਆਉਂਦੀ ਆ ਅਤੇ ਉਹ ਫਰੀਜ਼ ਨੂੰ ਖਤਮ ਕੋਸ਼ਿਸ਼ ਕਰਦੀ ਆ ਵੀ ਕਿੱਥੇ ਤੱਕ ਆਪਾਂ ਮਿਨੀਮਾਈਜ਼ ਇਹਨੂੰ ਕਰ ਸਕੀਏ। ਹਾਂਜੀ, ਪਰ ਸੇਮ ਟਾਈਮ 'ਤੇ ਹੀ ਜਿਹੜੀ ਸੰਤਰਿਆਂ ਦੀ ਖੇਤੀ ਆਪਣੇ ਦੇ ਨੈਕਸਟ ਖੱਤਾ ਖੇਤ ਜਿਹੜਾ ਹੈਗਾ ਉਹ ਸੰਤਰਿਆਂ ਵਾਲਿਆਂ ਦਾ ਆ, ਅਤੇ ਉਸ ਟਾਈਮ ਸੰਤਰੇ ਪੱਕੇ ਹੁੰਦੇ ਆ, ਉਹ ਤੋੜਦੇ ਹੁੰਦੇ ਆ, ਅਤੇ ਸੰਤਰੇ ਨੂੰ ਫਰਾਸਟ ਹੋ ਜਾਵੇ, ਫਰੀਜ਼ ਹੋ ਜਾਵੇ ਅਤੇ ਉਹ ਕੂੜਾ ਹੋ ਜਾਂਦੇ ਆ, ਉਹ ਵਿਕਦੇ ਨਹੀਂ ਹੈਗੇ। ਅਤੇ ਉਹਨਾਂ ਨੇ ਫਿਰ ਵਿੰਡ ਮਿੱਲਾਂ ਲਾਈਆਂ ਹੋਈਆਂ ਆ, ਉਹ ਵਿੰਡ ਮਿੱਲ ਚਲਾ ਦਿੰਦੇ ਆ, ਉਹਦੇ ਨਾਲ ਹਵਾ ਜਿਹੜੀ ਆ ਉਹ ਮੂਵਮੈਂਟ ਵਧ ਜਾਂਦੀ ਆ। ਕੋਰਾ ਉਦੋਂ ਪੈਂਦਾ ਜਦੋਂ ਹਵਾ ਚੱਲਣੀ ਬੰਦ ਹੋ ਜਾਂਦੀ ਆ। ਬਿਲਕੁਲ। ਇੱਕ ਠੰਡ ਹੁੰਦੀ ਆ, ਉੱਪਰੋਂ ਹਵਾ ਚੱਲਣੀ ਬੰਦ ਹੋ ਜਾਵੇ ਫਿਰ ਕੋਰਾ ਪੈਂਦਾ। ਅਤੇ ਉਹਦੇ ਤੋਂ ਬਾਅਦ ਜ਼ਿਮੀਦਾਰ ਜਿਹੜੇ ਆ ਪਾਣੀ ਦੇ ਨਾਲ ਇੱਦਾਂ ਕਰਦੇ ਆ, ਹੋਰ ਨਹੀਂ ਕੁਛ ਵੀ ਕਰ ਸਕੇ। ਪਰ ਬਾਕੀ ਤਾਂ ਤੁਸੀਂ ਪ੍ਰੀਵੈਂਟ ਕਰਨ ਦੀ ਗੱਲ ਕਰਦੇ ਆ, ਮੇਰੇ ਖਿਆਲ ਅਰਦਾਸ ਸਾਰੇ ਹੀ ਕਰਦੇ ਹੈਗੇ ਵੀ ਨਾ ਹੀ ਪਵੇ। ਉਹ ਤਾਂ ਹੈ ਹੀ ਆ, ਕੁਦਰਤ ਦੇ ਅੱਗੇ ਤਾਂ ਕਿਸੇ ਦਾ ਜ਼ੋਰ ਨਹੀਂ ਨਾ ਚੱਲਦਾ। ਸਰ, ਹਰ ਜ਼ਿਮੀਦਾਰ ਅਰਦਾਸ ਤੇ ਮੇਰੇ ਖਿਆਲ ਆ ਜ਼ਰੂਰ ਬਿਲੀਵ ਕਰਦਾ ਹੋਊਗਾ। ਔਰ ਹੋਰ ਕਿਹੜੀਆਂ ਬਿਮਾਰੀਆਂ ਜਿਹੜੀਆਂ ਆਪਾਂ ਬਦਾਮ ਨੂੰ ਹੋ ਸਕਦੀਆਂ ਤੇ ਉਹ ਤੋਂ ਕਿੱਦਾਂ ਬਚਾਅ ਕਰ ਸਕਦਾ ਜ਼ਿਮੀਦਾਰ? ਬਿਮਾਰੀਆਂ ਦੀ ਤਾਂ ਦੇਖੋ ਜੀ, ਇਹ ਇੱਕ ਕੋਈ ਵੀ ਬਿਜ਼ਨਸ ਦੇ ਤਰ੍ਹਾਂ ਖੇਤੀਬਾੜੀ ਵੀ ਇੱਕ ਬਿਜ਼ਨਸ ਆ, ਅਤੇ ਉਹਦੇ ਵਾਸਤੇ ਤੁਹਾਨੂੰ ਸੈਲਫ ਐਜੂਕੇਟ ਕਰਨਾ ਪੈਂਦਾ ਆਪਣੇ ਆਪ ਨੂੰ। ਤੁਸੀਂ ਪੜ੍ਹ ਕੇ ਕਰ ਲਓ, ਤੁਸੀਂ ਕਿਸੇ ਨਾਲ ਸਲਾਹ ਕਰਕੇ ਕਰ ਲਓ, ਕਿਸੇ ਨੂੰ ਹਾਇਰ ਕਰ ਲਓ, ਇਹ ਤੁਹਾਡੇ 'ਤੇ ਡਿਪੈਂਡ ਕਰਨਾ ਹੈਗਾ। ਜਦੋਂ ਆਪਾਂ ਗੱਲ ਕੀਤੀ ਸੀਗੀ ਵੀ ਫਰਾਸਟ ਦੀ ਅਤੇ ਫੁੱਲਾਂ ਦੀ, ਅਤੇ ਫੁੱਲਾਂ ਨੂੰ ਜਦੋਂ ਫੁੱਲ ਖਿੜਦੇ ਹੈਗੇ 5% ਖਿੜਦੇ ਆ, ਉਦੋਂ ਆਪਾਂ ਉਹਨੂੰ ਬਲੂਮ ਸਪਰੇਅ ਕਹਿੰਦੇ ਆ, ਆਪਾਂ ਉਹ ਕਰਦੇ ਹਾਂ ਵੀ ਇਹਨੂੰ ਫੰਗਸ ਨਾ ਲੱਗੇ, ਜਿਵੇਂ ਫੰਗਸ ਨਾ ਉੱਲੀ ਵਗੈਰਾ ਪ੍ਰੀਵੈਂਟ ਕਰਦੇ ਆ। ਅਤੇ ਫਿਰ ਜਦੋਂ 90% ਹੋ ਜਾਂਦੇ ਆ, ਇੱਕ ਫਿਰ ਉਦੋਂ ਕਰਦੇ ਹੈਗੇ ਆ ਸਪਰੇਅ।
ਵੀ ਇਹਨੂੰ ਫੰਗਸ ਤੋਂ ਬਚਾਇਆ ਜਾਵੇ। ਤੇ ਫਿਰ ਉਹਦੇ ਤੋਂ ਬਾਅਦ ਜਦੋਂ ਜਿਹੜੇ ਆ ਕਰਾਪ ਆ ਡਿਵੈਲਪ ਹੋ ਜਾਂਦਾ, ਸੈੱਟ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਫੁੱਲਾਂ ਤੋਂ ਬਾਅਦ, ਫਿਰ ਇੱਕ ਸਪਰੇਅ ਕਰਦੇ ਹੁੰਦੇ ਆ, ਉਹਨੂੰ ਆਪਾਂ ਕਹਿੰਦੇ ਆ ਲੀਫ ਫੁੱਟਡ ਬੱਗ। ਉਹ ਆਪਣੇ ਇੰਡੀਆ 'ਚ ਵੀ ਹੁੰਦਾ ਸੀ ਹਰਿਆਲੇ ਵਾਲੀਆਂ ਫਸਲਾਂ ਵਿੱਚ। ਉਹ ਜਿਹੜਾ ਆ ਉਹ ਬਦਾਮ ਦੇ ਵਿੱਚ ਨਾ ਆਪਣੀ ਚੁੰਝ ਜਿਹੀ ਮਾਰ ਕੇ, ਮੱਛਰ ਵਰਗਾ ਉਹਦਾ ਬੀਕ ਹੁੰਦੀ ਆ, ਉਹ ਮੋਰੀ ਕਰ ਦਿੰਦਾ ਅਤੇ ਉਹਦੇ ਨਾਲ ਉਹਦੇ ਵਿੱਚੋਂ ਜੂਸ ਜਿਹਾ ਲੀਕ ਹੋ ਜਾਂਦਾ, ਗੂੰਦ ਜਿਹਾ, ਅਤੇ ਉਹ ਫਿਰ ਖ਼ਤਮ ਹੋ ਜਾਂਦਾ, ਉਹਦੇ 'ਚ ਕੁਛ ਨਹੀਂ ਬਣਦਾ, ਗਿਰੀ ਨਹੀਂ ਪੈਂਦੀ। ਉਹ ਬੜਾ ਤੇਜ਼ੀ ਨਾਲ ਕਰਦਾ, ਫਿਰ ਉਹਦੇ ਲਈ ਕਰਨੀ ਹੁੰਦੀ ਆ। ਉਹਦੇ ਤੋਂ ਬਾਅਦ ਫਿਰ ਇੱਕ ਮਈ ਦੇ ਵਿੱਚ ਕਰਦੇ ਹੈਗੇ ਆ, ਪੀਚ ਟੂ ਐਗ ਵਰਮ ਕਹਿੰਦੇ ਆ। ਉਹ ਕੀ ਕਰਦਾ ਹੈਗਾ, ਉਹ ਆਪਣੇ ਬੂਟਿਆਂ ਦੀ ਜਿਹੜੀ ਨਵੀਂ ਗਰੋਥ ਆ, ਨਵੀਆਂ ਸੋਟੀਆਂ ਨਿਕਲਦੀਆਂ ਆ ਪੱਤਿਆਂ ਦੇ, ਜਿੱਥੋਂ ਬਹੁਤ ਨਰਮ ਹੁੰਦਾ ਆ, ਉਹ ਉੱਥੋਂ ਖਾਂਦਾ ਆ ਉਹਨੂੰ। ਅਤੇ ਉਹਨੂੰ ਪ੍ਰੀਵੈਂਟ ਕਰਨ ਲਈ ਇੱਕ ਉਹ ਕਰਨੀ ਪੈਂਦੀ ਆ, ਉਹ ਆਲਰੇਡੀ ਹੋ ਚੁੱਕੀ ਆ ਹੁਣ। ਅਤੇ ਹੁਣ ਤੋਂ ਬਾਅਦ ਜੇ ਉਹਦੇ ਨਾਲ ਫਿਰ ਮਾਈਟ ਦੀਆਂ ਸਪਰੇਆਂ ਪਾਉਣੀਆਂ ਪੈਂਦੀਆਂ ਹੈਗੀਆਂ, ਕਿਉਂਕਿ ਜਦੋਂ ਤੁਸੀਂ ਇਹੋ ਜਿਹੀ ਸਪਰੇਅ ਕਰਦੇ ਆ ਉਹਦੇ ਨਾਲ ਮਾਈਟ ਬਣਨ ਦੇ ਚਾਂਸ ਹੁੰਦੇ ਆ। ਹੁਣ ਤੋਂ ਬਾਅਦ ਹੁਣ ਜਦੋਂ ਬਦਾਮ ਖੁੱਲ੍ਹਣੇ ਆ ਨੈਕਸਟ, ਫਿਰ ਉਦੋਂ ਸਪਰੇਅ ਕਰਨੀ ਹੈਗੀ ਆ, ਉਹਨੂੰ ਆਪਾਂ ਕਹਿੰਦੇ ਹਾਂ ਹੋਲ ਸਪਲਿਟ ਸਪਰੇਅ। ਅਤੇ ਮੈਂ ਤਾਂ ਇੱਕ ਵਾਰੀ ਕਰਦਾ ਹੈਗਾ, ਕਿਉਂਕਿ ਥੋੜ੍ਹੇ ਅਪਾਰਟ ਨਾਲ ਹਾਰਵੈਸਟ ਹੋ ਜਾਂਦੇ ਆ। ਕਈ ਬੰਦੇ ਫਿਰ ਇੱਕ ਵਰਾਇਟੀ ਨੂੰ ਇੱਕ ਵਾਰੀ ਕਰਦੇ ਆ, ਦੂਸਰੀ ਵਰਾਇਟੀ ਨੂੰ ਲੇਟ ਵਾਲੀ ਨੂੰ ਫਿਰ ਕਰਦੇ ਆ। ਮਤਲਬ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਵੀ ਤੁਹਾਡਾ ਟਰੈਪ ਲਾਏ ਹੁੰਦੇ ਹੈਗੇ ਆ ਖੇਤਾਂ ਵਿੱਚ, ਦੇਖਣ ਨੂੰ ਵੀ ਕਿਹੜੀ ਬਿਮਾਰੀ ਜ਼ਿਆਦਾ ਰਸ਼ ਕਰ ਰਹੀ ਆ, ਜਿਹੜੇ ਬੱਗ ਜ਼ਿਆਦਾ ਆ ਰਹੇ ਆ, ਫਿਰ ਉਸ ਹਿਸਾਬ ਨਾਲ ਉਹਦਾ ਸਕੇਜੂਲ ਬਣਾ ਲਿਆ। ਜ਼ਿਮੀਂਦਾਰਾਂ ਨੂੰ ਕੀ ਸਲਾਹ ਦਿੰਦੇ ਆ ਤੁਸੀਂ ਬਦਾਮਾਂ ਦੀ ਖੇਤੀ ਨੂੰ ਲੈ ਕੇ? ਦੇਖੋ ਜੀ, ਪਹਿਲੀ ਤਾਂ ਗੱਲ ਜ਼ਿਮੀਂਦਾਰ ਕੈਲੀਫੋਰਨੀਆ ਵਾਲੇ, ਬਦਾਮਾਂ ਦੀ ਗੱਲ ਕਰੀਏ ਤਾਂ ਹਜੇ ਤੱਕ ਕੈਲੀਫੋਰਨੀਆ ਵਾਲਿਆਂ ਨੂੰ ਹੀ ਕਹਿ ਸਕਦੇ ਹਾਂ। ਬਿਲਕੁਲ। ਇਹ ਪੰਜਾਬ ਵਾਲਿਆਂ ਨੂੰ ਤਾਂ ਕੁਝ ਕਹਿ ਨਹੀਂ ਸਕਦੇ ਹਜੇ, ਚੱਲਦੀ ਆ ਗੱਲ ਉਹਦੇ 'ਤੇ ਵੀ। ਮੈਂ ਮਿਲ ਕੇ ਆਇਆ ਸੀ ਯੂਨੀਵਰਸਿਟੀ ਵਿੱਚ, ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਾਲੇ ਲੱਗੇ ਹੋਏ ਆ ਇਸ ਬਾਰੇ ਵਿੱਚ, ਪਰ ਹਾਲੇ ਕੁਝ ਨਹੀਂ ਡਿਵੈਲਪ ਹੋਇਆ। ਪਰ ਇੱਥੇ ਜੇ ਕਿਸੇ ਨੇ ਵੀ ਕਰਨੀ ਆ ਅਤੇ ਉਹ ਕਰਨ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਣਾ ਡਿਪਾਰਟਮੈਂਟ ਹੈਗਾ ਖੇਤੀਬਾੜੀ USDA, ਉਹਨਾਂ ਨੂੰ ਮਿਲੋ। ਉਹ ਤੁਹਾਨੂੰ ਕੁਛ ਕਾਫੀ ਹੱਦ ਤੱਕ ਹਿੰਟ ਦੱਸਣਗੇ, ਤੁਹਾਡੀ ਸੋਇਲ ਬਾਰੇ ਦੱਸਣਗੇ, ਤੁਹਾਨੂੰ ਤੁਹਾਡੇ ਪਾਣੀਆਂ ਬਾਰੇ ਦੱਸ ਦੇਣਗੇ ਵੀ ਇਹਦੇ ਲਈ ਸੂਟ ਕਰਦੇ ਕਿ ਨਹੀਂ ਕਰਦੇ। ਅਤੇ ਉਹਦੇ ਤੋਂ ਬਾਅਦ ਚੰਗੀ ਨਰਸਰੀ ਵਾਲੇ ਨੂੰ ਮਿਲੋ। ਜੇ ਤੁਹਾਡਾ ਕੋਈ ਦੋਸਤ ਜਿਹਨੂੰ ਤੁਸੀਂ ਟਰਸਟ ਕਰਦੇ ਆ, ਉਹਨੂੰ ਮਿਲੋ, ਕਿਉਂਕਿ ਜਦੋਂ ਦੋਸਤ ਦੀ ਗੱਲ ਆਉਂਦੀ ਆ, ਮੈਂ ਇਹ ਗੱਲ ਕਹੂੰਗਾ, ਟਰਸਟ ਕਰਦੇ ਮੈਂ ਤਾਂ ਹੀ ਲਫ਼ਜ਼ ਯੂਜ਼ ਕੀਤਾ ਕਿ ਅਗਲੇ ਦੀ ਟੈਨਸ਼ਨ ਦਾ ਪਤਾ ਨਹੀਂ, ਤੁਹਾਨੂੰ ਖੁਦ ਨੂੰ ਉਹਦੇ ਲਈ ਤਿਆਰ ਹੋਣਾ ਚਾਹੀਦਾ। ਬਾਕੀ ਮੈਂ ਸੰਡੇ ਨੂੰ ਖੇਤੀਬਾੜੀ ਦਾ ਪ੍ਰੋਗਰਾਮ ਕਰਦਾ ਰੇਡੀਓ 'ਤੇ AM 900 'ਤੇ, ਉਹਨੂੰ ਸੁਣਿਆ ਕਰੋ, ਉਹਦੇ ਵਿੱਚ ਇਹ ਸਾਰੀਆਂ ਗੱਲਾਂ ਦੱਸੀ ਦੀਆਂ ਆ। ਅਤੇ ਫਿਰ ਵੀ ਨਾ ਹੋਵੇ, ਉਹਦੇ 'ਤੇ ਮੇਰਾ ਫ਼ੋਨ ਨੰਬਰ ਵੀ ਅਨਾਊਂਸ ਕੀਤਾ ਜਾਂਦਾ। USDA ਵਾਲੇ ਵੀ ਮੇਰਾ ਅਤੇ ਡਾਕਟਰ ਜੋਸ਼ਨ ਦਾ ਫ਼ੋਨ ਨੰਬਰ ਵੀ ਦਿੰਦੇ ਹੈਗੇ ਆ, ਤੁਸੀਂ ਉਹਦੇ ਤੋਂ ਨੰਬਰ ਤੋਂ ਲੈ ਕੇ ਸਾਨੂੰ ਕਾਲ ਕਰ ਸਕਦੇ ਆ। ਅਤੇ ਅਸੀਂ ਇਹ ਵੋਲੰਟੀਅਰਲੀ ਕਰਦੇ ਹਾਂ। ਮੈਂ ਅਤੇ ਡਾਕਟਰ ਜੋਸ਼ਨ ਪਿਛਲੇ ਬਹੁਤ ਸਾਲਾਂ ਤੋਂ ਰੇਡੀਓ ਪ੍ਰੋਗਰਾਮ ਕਰਦੇ ਆ ਰਹੇ ਹਾਂ ਖੇਤੀਬਾੜੀ ਦਾ। ਅਤੇ ਇੰਸ਼ੋਰੈਂਸ ਕਿੰਨਾ ਪਾਰਟ ਪਲੇ ਕਰਦਾ ਹੈ ਜੀ ਸਾਰੀ ਖੇਤੀ ਦੇ ਵਿੱਚ? ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, 15 ਅਤੇ 16 ਦੇ ਕਰਾਪ ਦੇ ਮੇਰੇ ਕਲੇਮ ਬਣੇ ਸੀ। ਜੇ ਮੇਰੇ ਕੋਲ ਇੰਸ਼ੋਰੈਂਸ ਨਾ ਹੁੰਦੀ ਤਾਂ ਮੇਰੇ ਖਿਆਲ ਆ ਮੁਸ਼ਕਿਲ ਹੋ ਜਾਣਾ ਸੀ ਸਰਵਾਈਵ ਕਰਨਾ। ਇਸ ਕਰਕੇ ਇੰਸ਼ੋਰੈਂਸ ਜਦੋਂ ਤੁਸੀਂ ਲੈ ਸਕਦੇ ਆ, ਮੇਰੇ ਖਿਆਲ ਹੈ 5ਵੇਂ ਸਾਲ ਤੋਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਤੁਹਾਨੂੰ ਇੰਸ਼ੋਰੈਂਸ ਦੇਣੀਆਂ ਸ਼ੁਰੂ ਕਰਦੀ ਹੈ। ਮਤਲਬ 5 ਸਾਲ ਦਾ ਜਦੋਂ ਬੂਟਾ ਹੋ ਜਾਂਦਾ? ਹਾਂਜੀ। ਉਸ ਤੋਂ ਪਹਿਲਾਂ ਨਹੀਂ ਦਿੰਦੀਆਂ? ਨਹੀਂ, ਉਸ ਤੋਂ ਪਹਿਲਾਂ ਨਹੀਂ ਹੈਗੀ। ਜੇ ਉਸ ਤੋਂ ਪਹਿਲਾਂ ਡੈਮੇਜ ਹੋ ਜਾਏ ਬੂਟੇ ਨੂੰ, ਫਿਰ ਜੀ ਜਦੋਂ ਆਪਾਂ ਤਾਂ ਹੀ ਉਹਦੇ ਲਈ ਤਿਆਰ ਹੋਣਾ, ਜਿਹੜੀ ਆਪਾਂ ਪਹਿਲਾਂ ਹੁਣੇ ਸਲਾਹ ਕਰਦੇ ਹਟੇ ਨਾ ਵੀ ਕੀ ਕੁਛ ਕਰਨਾ ਚਾਹੀਦਾ, ਉਹਦੇ ਲਈ ਪਹਿਲਾਂ ਆਪਾਂ ਤਿਆਰ ਹੋਣਾ ਪੈਣਾ ਸਾਨੂੰ। ਮਤਲਬ ਜੇ ਆਪਾਂ ਗੱਲ ਕਰੀਏ ਇੰਸ਼ੋਰੈਂਸ ਲੈਣ ਦੀ, ਤੇ 5ਵੇਂ ਸਾਲ ਤੋਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਇੰਸ਼ੋਰੈਂਸ ਤੁਹਾਨੂੰ ਦੇਣੀਆਂ ਸ਼ੁਰੂ ਹੋ ਜਾਂਦੀਆਂ ਕ੍ਰੌਪ ਦੀ। ਹਾਂਜੀ। ਅਤੇ ਇਸ ਕਰਕੇ ਉਹ ਸਾਰੀਆਂ ਸਲਾਹਾਂ ਲਈ ਤੁਸੀਂ ਪਹਿਲਾਂ ਕਿਸੇ ਜਿਹੜਾ ਐਕਸਪਰਟ ਆ ਉਹਦੇ ਨਾਲ ਗੱਲ ਕਰ ਲਓ, ਯੂਨੀਵਰਸਿਟੀ ਤੋਂ ਜਾ ਕੇ ਤੁਸੀਂ ਲੈ ਸਕਦੇ ਹੋ। ਹਾਂਜੀ, ਕਿਤੇੋਂ ਵੀ, ਕਿਉਂਕਿ ਅੱਜ ਕੱਲ੍ਹ ਸਭ ਕੁਛ ਗੂਗਲ 'ਤੇ ਵੀ ਮਿਲਦਾ ਆ, YouTube 'ਤੇ ਵੀ ਮਿਲਦਾ ਆ, ਉੱਥੋਂ ਜ਼ਰੂਰ ਦੇਖਣਾ ਚਾਹੀਦਾ, ਜ਼ਰੂਰ ਗੱਲ ਕਰਨੀ ਚਾਹੀਦੀ। ਉਹਦੇ ਬਾਰੇ ਤੁਸੀਂ ਜੇ ਆਪ ਨਹੀਂ ਕਰ ਸਕਦੇ, ਆਪਣੇ ਬੱਚਿਆਂ ਨੂੰ ਕਹਿ ਸਕਦੇ ਹਾਂ ਵੀ ਆਪਾਂ ਇਸ ਬਾਰੇ ਸੋਚਦੇ ਹਾਂ, ਦੇਖ ਤਾਂ ਇਹਦੇ 'ਤੇ ਇੰਟਰਨੈਟ 'ਤੇ ਕੀ ਅਵੇਲੇਬਲ ਇਨਫੋਰਮੇਸ਼ਨ ਹੈਗੀ ਆ, ਸਾਰੀ ਇਨਫੋਰਮੇਸ਼ਨ ਅਵੇਲੇਬਲ ਆ, ਉਹਨੂੰ ਦੇਖ ਕੇ ਪਹਿਲਾਂ ਪੜ੍ਹ ਕੇ ਪੂਰਾ ਸਟੱਡੀ ਕਰਕੇ ਫਿਰ ਹੀ ਇੱਧਰਲੇ ਪਾਸੇ ਨੂੰ ਤੁਰੇ। ਹਾਂਜੀ, ਗਾਰੰਟੀ ਨਹੀਂ, ਪਰ ਤੁਸੀਂ ਰਿਗਰੈਟ ਨਹੀਂ ਕਰਦੇ।
ਜੇ ਗਾਰੰਟੀ ਤਾਂ ਕਿਸੇ ਚੀਜ਼ ਦੀ ਨਹੀਂ ਖੇਤੀਬਾੜੀ ਦੇ ਵਿੱਚ। ਹਾਂ, ਜੇ ਤੁਸੀਂ ਪਹਿਲਾਂ ਸਭ ਕੁਝ ਸਮਝਿਆ ਹੋਊਗਾ ਤੇ ਘੱਟੋ ਘੱਟ ਇਹ ਤਾਂ ਨਾ ਹੋਊ, ਪਛਤਾਣਾ ਨਾ ਪਊਗਾ। ਹਾਂ, ਤੁਸੀਂ ਰਿਗਰੈਟ ਨਹੀਂ ਕਰਦੇ ਯਾਰ ਮੈਨੂੰ ਪਤਾ ਨਾ ਸੀ, ਮੈਨੂੰ ਦੱਸਿਆ ਨਹੀਂ। ਤਾਂ ਇਹ ਗੱਲਾਂ ਦਾ ਥੋੜ੍ਹਾ ਜਿਹਾ ਖਿਆਲ ਰੱਖ ਕੇ, ਬਾਕੀ ਫਰੈਜ਼ਨੋ ਇਲਾਕੇ ਦੇ ਵਿੱਚ ਤਾਂ ਮੈਂ ਤੇ ਜਿਸ ਤਰ੍ਹਾਂ ਪਹਿਲਾਂ ਦੱਸਿਆ, ਮੈਂ ਤੇ ਡਾਕਟਰ ਜੋਸ਼ਨ, ਅਸੀਂ ਬਹੁਤ ਸਾਰੇ ਫਾਰਮਰਾਂ ਨੇ ਜਿਨ੍ਹਾਂ ਨੇ ਕਨਵਰਟ ਕੀਤੀ ਆ, ਉਹਨੂੰ ਵਲੰਟਰੀ ਜਾ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਸੋਇਲ ਦੀ। ਇਹ ਵੀ ਬਹੁਤ ਅੱਛੀ ਗੱਲ ਆ ਵੀ ਕਿਸਾਨਾਂ ਦੀ ਤੁਸੀਂ ਮਦਦ ਵੀ ਕਰਦੇ ਹੋ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ? ਤੁਸੀਂ ਆਪਣੇ ਸੁਝਾਅ ਸਾਨੂੰ ਜ਼ਰੂਰ ਲਿਖ ਭੇਜਣਾ। ਸਾਡਾ ਪਤਾ ਹੈ feedback@ptcnetwork.tv। ਨਵੇਂ ਪ੍ਰੋਗਰਾਮ ਦੇ ਵਿੱਚ ਇੱਕ ਨਵੇਂ ਮੁੱਦੇ ਨਾਲ ਮੁੜ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।